10ਵੀਂ ਕਲਾਸ ਦੇ ਬਹੁਤ ਹੀ ਪਿਆਰੇ ਬੱਚਿਓ, ਅੱਜ ਆਪਾਂ ਸਾਇੰਸ ਵਿਸ਼ੇ ਦਾ ਜਿਹੜਾ ਆਪਣਾ 5ਵਾਂ ਪਾਠ ਹੈਗਾ ਤੱਤਾਂ ਦਾ ਆਵਰਤੀ ਵਰਗੀਕਰਨ, ਉਹਦੇ ਜਿਹੜੇ ਅਧਿਆਏ ਦੇ ਅੰਦਰਲੇ ਪ੍ਰਸ਼ਨ ਆ ਉਹਨਾਂ ਦਾ ਆਪਾਂ ਅਧਿਐਨ ਕਰਾਂਗੇ। ਜਿਵੇਂ ਕਿ ਸਭ ਤੋਂ ਪਹਿਲਾ ਪ੍ਰਸ਼ਨ ਹੈ ਇਸ ਦੇ ਵਿੱਚ ਕਿ ਕੀ ਡਾਬਰਨੀਅਰ ਦੀਆਂ ਤਿੱਕੜੀਆਂ ਨਿਊਲੈਂਡ ਦੇ ਅਸ਼ਟਕਾਂ ਵਿੱਚ ਵੀ ਮਿਲਦੀਆਂ ਹਨ? ਤੁਲਨਾ ਕਰਕੇ ਪਤਾ ਕਰੋ। ਬਿਲਕੁਲ ਮਿਲਦੀਆਂ ਹਨ। ਡਾਬਰਨੀਅਰ ਨੇ ਜਿਹੜਾ ਉਹਨੇ ਤਿੱਕੜੀ ਬਣਾਈ ਸੀ, ਉਦਾਹਰਨ ਦੇ ਤੌਰ 'ਤੇ ਲੀਥੀਅਮ, ਸੋਡੀਅਮ ਅਤੇ ਪੋਟਾਸ਼ੀਅਮ, ਇਹ ਤਿੰਨੇ ਤਿੱਕੜੀਆਂ ਜਿਹੜੀਆਂ ਹੈਗੀਆਂ ਇਹ ਡਾਬਰਨੀਅਰ ਦੇ ਉਸ ਦੀ ਆਵਰਤੀ ਸਾਰਨੀ 'ਚ ਵੀ ਮੌਜੂਦ ਹੈਗੀਆਂ। ਅਤੇ ਨਿਊਲੈਂਡ ਦੀ ਆਵਰਤੀ ਸਾਰਨੀ ਜਿਹੜੀ ਸੀਗੀ ਉਹਨੇ ਅਸ਼ਟਕ ਸਿਧਾਂਤ ਬਣਾਇਆ ਸੀਗਾ, ਉਹਦੇ ਵਿੱਚ ਵੀ ਇਹ ਤਿੰਨੇ ਤਿੱਕੜੀਆਂ ਮੌਜੂਦ ਹੈ। ਇਸੇ ਤਰ੍ਹਾਂ ਦੂਸਰਾ ਹੈਗਾ ਕਿ ਡਾਬਰਨੀਅਰ ਦੇ ਵਰਗੀਕਰਨ ਦੀਆਂ ਕੀ ਸੀਮਾਵਾਂ ਹਨ? ਤਾਂ ਡਾਬਰਨੀਅਰ ਦੇ ਵਰਗੀਕਰਨ ਦੀਆਂ ਕੀ ਸੀਮਾਵਾਂ ਹਨ? ਇਹਦੇ ਵਿੱਚ ਇਹ ਆ ਜਾਂਦਾ ਹੈ ਕਿ ਉਸ ਸਮੇਂ ਮੌਜੂਦ ਸਾਰੇ ਤੱਤਾਂ ਵਿੱਚੋਂ ਡਾਬਰਨੀਅਰ ਜਿਹੜਾ ਸੀਗਾ ਸਾਰਿਆਂ ਦੀਆਂ ਤਿੱਕੜੀਆਂ ਨਹੀਂ ਬਣਾ ਸਕਿਆ ਸੀਗਾ ਜਿਹੜੀਆਂ ਕਿ ਡਾਬਰਨੀਅਰ ਦੇ ਸਿਧਾਂਤ ਨੂੰ ਲਾਗੂ ਕਰਦੀਆਂ ਹੋਣ। ਡਾਬਰਨੀਅਰ ਨੇ ਜਿਹੜਾ ਸਿਧਾਂਤ ਦਿੱਤਾ ਸੀਗਾ ਉਸ ਨੇ ਆਪਣੇ ਸਿਧਾਂਤ 'ਚ ਕੀ ਕਿਹਾ ਸੀਗਾ ਕਿ ਜਿਹੜਾ 3 ਤੱਤਾਂ ਦਾ ਇੱਕ ਸਮੂਹ ਬਣਾਇਆ ਗਿਆ ਸੀ, ਜਿਸ ਵਿੱਚ ਪਹਿਲੇ ਅਤੇ ਤੀਜੇ ਤੱਤ ਦੇ ਜਿਹੜੇ ਪਰਮਾਣੂ ਪੁੰਜ ਹੈ ਉਹਨਾਂ ਦਾ ਜਿਹੜਾ ਜੋੜ ਕਰਕੇ ਜੋ ਉਸ ਦਾ ਅੱਧ ਆ ਜਾਂਦਾ ਹੈਗਾ, ਮਤਲਬ ਜੋ ਉਹਦੀ ਔਸਤ ਆ ਜਾਂਦੀ ਹੈ, ਉਹ ਤਿੱਕੜੀ ਦੇ ਵਿਚਾਲੜੇ ਤੱਤ ਦੇ ਪਰਮਾਣੂ ਪੁੰਜ ਦੇ ਬਰਾਬਰ ਹੋਵੇਗਾ। ਪਰ ਇਹ ਸਿਰਫ 3 ਤਿੱਕੜੀਆਂ ਹੀ ਇਸ ਨੂੰ ਸਹੀ ਤੌਰ 'ਤੇ ਲਾਗੂ ਕਰ ਸਕੀਆਂ ਸੀਗੀਆਂ, ਜਦ ਕਿ ਬਾਕੀ ਤਿੱਕੜੀਆਂ ਉਹਨੂੰ ਸਹੀ ਲਾਗੂ ਨਹੀਂ ਕਰ ਸਕੀਆਂ ਸੀਗੀਆਂ। ਇਸ ਕਰਕੇ ਇਹ ਡਾਬਰਨੀਅਰ ਦੇ ਵਰਗੀਕਰਨ ਦੀਆਂ ਕੁਝ ਕਮੀਆਂ ਸੀਗੀਆਂ। ਤੀਸਰਾ ਪ੍ਰਸ਼ਨ ਹੈ ਕਿ ਨਿਊਲੈਂਡ ਸਿਧਾਂਤ ਦੀਆਂ ਤਰੁੱਟੀਆਂ ਜਾਂ ਕਮੀਆਂ ਕੀ ਹਨ? ਇਸ ਦਾ ਸਿਧਾਂਤ ਸਿਰਫ ਕੈਲਸ਼ੀਅਮ ਤੱਤ ਤੱਕ ਹੀ ਲਾਗੂ ਹੁੰਦਾ ਹੈ। ਇਸੇ ਤਰ੍ਹਾਂ ਨਿਊਲੈਂਡ ਨੇ ਕਿਹਾ ਸੀਗਾ ਕਿ ਸਿਰਫ 56 ਤੱਤ ਜਿਹੜੇ ਮੌਜੂਦ ਹਨ, ਕਹਿੰਦਾ 56 ਤੋਂ ਉੱਤੇ ਹੋਰ ਕੋਈ ਤੱਤ ਨਹੀਂ ਹੋ ਸਕਦਾ ਗਾ, ਪਰ ਹੁਣ ਤੱਕ 118 ਤੱਤ ਖੋਜੇ ਜਾ ਚੁੱਕੇ ਹੈ। ਤਾਂ ਇੱਥੇ ਵੀ ਨਿਊਲੈਂਡ ਦੀ ਜਿਹੜੀ ਉਹ ਤਰੁੱਟੀ ਨਿਕਲ ਆਈ। ਤੀਸਰਾ ਉਹ ਸੀਗਾ ਕਿ ਨਿਊਲੈਂਡ ਨੇ ਆਪਣੀ ਜਿਹੜੀ ਆਵਰਤੀ ਸਾਰਨੀ ਸੀਗੀ ਉਸ ਦੇ ਵਿੱਚ ਕੁਝ ਤੱਤਾਂ ਨੂੰ ਸ਼ਾਮਲ ਕਰਨ ਦੇ ਲਈ ਇੱਕੋ ਡੱਬੇ ਦੇ ਵਿੱਚ 2 ਤੱਤ ਰੱਖ ਦਿੱਤੇ ਤਾਂ ਅਤੇ ਕੁਝ ਅਸਮਾਨ ਤੱਤਾਂ ਨੂੰ ਇੱਕੋ ਥਾਂ ਦੇ ਦਿੱਤਾ। ਤਾਂ ਇਹ ਵੀ ਇੱਕ ਕਮੀ ਸੀਗੀ ਕਿ ਹਰ ਤੱਤ ਦੀ ਇੱਕ ਆਪਣੀ ਜਿਹੜੀ ਅਲੱਗ ਪਹਿਚਾਣ ਨਹੀਂ ਸੀਗੀ। ਜਦੋਂ 2 ਤੱਤਾਂ ਨੂੰ ਇੱਕੋ ਖਾਨੇ ਵਿੱਚ ਰੱਖ ਦਿੱਤਾ ਗਿਆ, ਇੱਕੋ ਥਾਂ 'ਤੇ ਰੱਖ ਦਿੱਤਾ ਗਿਆ, ਤਾਂ ਉਹ ਦੋਨੇ ਤੱਤ ਵੀ ਆਪਣੀ ਪਹਿਚਾਣ ਗਵਾ ਗਏ। ਤਾਂ ਇਹ ਵੀ ਇੱਕ ਨਿਊਲੈਂਡ ਦੇ ਸਿਧਾਂਤ ਦੀ ਕਮੀ ਸੀਗੀ। ਉਸ ਤੋਂ ਬਾਅਦ 'ਚ ਆਪਣਾ ਚੌਥਾ ਪ੍ਰਸ਼ਨ ਆ ਜਾਂਦਾ ਹੈ ਕਿ ਮੈਂਡਲੀਵ ਦੀ ਆਵਰਤੀ ਸਾਰਨੀ ਦੀ ਵਰਤੋਂ ਕਰਕੇ ਹੇਠ ਲਿਖੇ ਤੱਤਾਂ ਦੇ ਆਕਸਾਈਡਾਂ ਦੇ ਸੂਤਰਾਂ ਦਾ ਅਨੁਮਾਨ ਲਗਾਓ। ਆਕਸਾਈਡਾਂ ਦਾ ਭਾਵ ਜਦੋਂ ਤੱਤ ਦੇ ਨਾਲ ਆਕਸੀਜਨ ਲੱਗੀ ਹੋਊਗੀ, ਕਿਹੜੇ ਰੂਪ 'ਚ ਲੱਗੀ ਹੋਊਗੀ। ਜਿਵੇਂ ਸਭ ਤੋਂ ਪਹਿਲਾਂ ਆਪਾਂ ਨੂੰ ਦਿੱਤਾ ਕੇ ਭਾਵ ਪੋਟਾਸ਼ੀਅਮ, ਅਤੇ ਦੂਸਰੇ ਨੰਬਰ 'ਤੇ ਕਾਰਬਨ ਹੈ, ਤੀਸਰੇ ਨੰਬਰ 'ਤੇ ਐਲੂਮੀਨੀਅਮ ਹੈ, ਚੌਥੇ 'ਤੇ ਸਿਲੀਕੌਨ ਹੈ, ਅਤੇ ਪੰਜਵੇਂ 'ਤੇ ਬੇਰੀਅਮ ਹੈ। ਤਾਂ ਇਹਨਾਂ ਦੇ ਆਕਸਾਈਡ ਕਿਹੜੇ ਕਿਹੜੇ ਹੋਣਗੇ? ਪਹਿਲਾਂ ਪੋਟਾਸ਼ੀਅਮ ਦਾ ਆਕਸਾਈਡ ਹੋਵੇਗਾ, ਪੋਟਾਸ਼ੀਅਮ ਆਕਸਾਈਡ, ਜਿਸ ਦਾ ਫਾਰਮੂਲਾ, ਜਿਸ ਦਾ ਸੂਤਰ ਹੈਗਾ K2O। ਕਾਰਬਨ ਦਾ ਆਕਸਾਈਡ ਕਿਹੜਾ? ਕਾਰਬਨ ਡਾਈਆਕਸਾਈਡ, ਜਿਸ ਦਾ ਫਾਰਮੂਲਾ CO2 ਹੈ। ਵੈਸੇ ਕਾਰਬਨ ਦਾ ਆਕਸਾਈਡ ਇੱਕ ਕਾਰਬਨ ਮੋਨੋਆਕਸਾਈਡ ਵੀ ਹੁੰਦਾ, ਜਿਹਨੂੰ CO ਵੀ ਕਹਿ ਦਿੰਦੇ ਆਪਾਂ। ਇਸੇ ਤਰ੍ਹਾਂ ਐਲੂਮੀਨੀਅਮ ਦਾ ਆਕਸਾਈਡ ਜਿਹੜਾ Al2O3 ਹੈ। ਸਿਲੀਕੌਨ ਦਾ ਆਕਸਾਈਡ ਸਿਲੀਕੌਨ ਆਕਸਾਈਡ SiO2 ਹੈ। ਬੇਰੀਅਮ ਆਕਸਾਈਡ ਜਿਹੜਾ BaO ਦੇ ਰੂਪ ਵਿੱਚ ਹੈ। ਤਾਂ ਆਪਣਾ ਜਿਹੜਾ 5ਵਾਂ ਪ੍ਰਸ਼ਨ ਹੈ ਕਿ ਗੈਲੀਅਮ ਤੋਂ ਇਲਾਵਾ ਕਿਹੜੇ ਤੱਤਾਂ ਦੀ ਖੋਜ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਲਈ ਮੈਂਡਲੀਵ ਨੇ ਆਪਣੀ ਆਵਰਤੀ ਸਾਰਨੀ ਵਿੱਚ ਖਾਲੀ ਥਾਵਾਂ ਛੱਡ ਦਿੱਤੀਆਂ ਸਨ? ਤਾਂ ਇਸ ਤੋਂ ਇਲਾਵਾ 2 ਜਿਹੜੀਆਂ ਹੈਗੀਆਂ ਸਕੈਂਡੀਅਮ ਅਤੇ ਜਰਮੇਨੀਅਮ ਹੈ। 6ਵਾਂ ਪ੍ਰਸ਼ਨ ਹੈ ਕਿ ਮੈਂਡਲੀਵ ਨੇ ਆਪਣੀ ਆਵਰਤੀ ਸਾਰਨੀ ਤਿਆਰ ਕਰਨ ਲਈ ਕਿਹੜਾ ਮਾਪਦੰਡ ਅਪਣਾਇਆ? ਤਾਂ ਮੈਂਡਲੀਵ ਦੀ ਆਵਰਤੀ ਸਾਰਨੀ ਦਾ ਸਿਧਾਂਤ ਸੀਗਾ ਕਿ ਤੱਤਾਂ ਦੇ ਗੁਣ ਉਹਨਾਂ ਦੇ ਪਰਮਾਣੂ ਪੁੰਜ ਦੇ ਆਵਰਤੀ ਫਲਨ ਹੁੰਦੇ ਹਨ। 7ਵਾਂ ਪ੍ਰਸ਼ਨ ਹੈ ਕਿ ਤੁਹਾਡੇ ਵਿਚਾਰ ਅਨੁਸਾਰ ਨੋਬਲ ਗੈਸਾਂ ਨੂੰ ਵੱਖਰੇ ਗਰੁੱਪ ਵਿੱਚ ਕਿਉਂ ਰੱਖਿਆ ਗਿਆ ਹੈ? ਨੋਬਲ ਗੈਸਾਂ ਉਹ ਹੁੰਦੀਆਂ ਜਿਹੜੀਆਂ ਅਕਿਰਿਆਸ਼ੀਲ ਗੈਸਾਂ ਹੁੰਦੀਆਂ, ਭਾਵੇਂ ਕਿਸੇ ਨਾਲ ਵੀ ਕਿਰਿਆ ਨਹੀਂ ਕਰਦੀਆਂ। ਤਾਂ ਨੋਬਲ ਗੈਸਾਂ ਜਿਵੇਂ ਕਿ ਹੀਲੀਅਮ, ਨਿਓਨ ਅਤੇ ਆਰਗਨ,
ਇਹਨਾਂ ਦੀ ਮਾਤਰਾ ਵਾਯੂਮੰਡਲ ਵਿੱਚ ਬਹੁਤ ਘੱਟ ਹੈਗੀ ਆ। ਤੋ ਇਹਨਾਂ ਨੂੰ ਆਵਰਤੀ ਸਾਰਣੀ, ਜਿਹੜੀ ਆਧੁਨਿਕ ਆਵਰਤੀ ਸਾਰਣੀ ਆ, ਉਹਦੇ 18ਵੇਂ ਗਰੁੱਪ ਵਿੱਚ ਰੱਖਿਆ ਗਿਆ, ਜਿਹੜਾ ਕਿ ਇੱਕ ਵੱਖਰਾ ਗਰੁੱਪ ਹੈਗਾ। ਤਾਂ 8ਵਾਂ ਪ੍ਰਸ਼ਨ ਹੈ ਕਿ ਆਧੁਨਿਕ ਆਵਰਤੀ ਸਾਰਣੀ ਦੁਆਰਾ ਕਿਸ ਤਰ੍ਹਾਂ ਮੈਂਡਲੀਵ ਦੀ ਆਵਰਤੀ ਸਾਰਣੀ ਦੀਆਂ ਭਿੰਨ ਅਸੰਗਤੀਆਂ ਨੂੰ ਦੂਰ ਕੀਤਾ ਗਿਆ। ਆਧੁਨਿਕ ਆਵਰਤੀ ਸਾਰਣੀ ਦੇ ਵਿੱਚ ਜਿੰਨੀਆਂ ਵੀ ਇਸ ਤੋਂ ਪਹਿਲਾਂ ਆਵਰਤੀ ਸਾਰਣੀਆਂ ਬਣੀਆਂ, ਚਾਹੇ ਉਹ ਡਬਰਨੀਅਰ ਤਿੱਕੜੀ ਦਾ ਸਿਧਾਂਤ ਸੀਗਾ, ਚਾਹੇ ਉਹ ਨਿਊਲੈਂਡ ਦਾ ਅਸ਼ਟਕ ਨਿਯਮ ਸੀਗਾ, ਚਾਹੇ ਉਹ ਮੈਂਡਲੀਵ ਦੀ ਆਵਰਤੀ ਸਾਰਣੀ ਸੀ, ਉਹਨਾਂ ਵਿੱਚ ਜੋ ਵੀ ਕਮੀਆਂ ਸੀ ਉਹਨਾਂ ਸਾਰੀਆਂ ਨੂੰ ਆਧੁਨਿਕ ਆਵਰਤੀ ਸਾਰਣੀ ਦੇ ਵਿੱਚ ਜਿਹੜਾ ਪੂਰਾ ਕੀਤਾ ਗਿਆ। ਪਰ ਮੁੱਖ ਤੌਰ 'ਤੇ ਮੈਂਡਲੀਵ ਦੀ ਆਵਰਤੀ ਸਾਰਣੀ ਜਿਹੜੀ ਸੀਗੀ ਉਹ ਨਿਊਲੈਂਡ ਦੀ ਅਤੇ ਡਬਰਨੀਅਰ ਦੀ ਆਵਰਤੀ ਸਾਰਣੀ ਨਾਲੋਂ ਸੁਧਰੇ ਹੋਏ ਰੂਪ ਵਿੱਚ ਸੀ। ਤਾਂ ਮੈਂਡਲੀਵ ਦੀ ਆਵਰਤੀ ਸਾਰਣੀ ਦੀਆਂ ਵੀ ਕੁਝ ਕਮੀਆਂ ਸੀਗੀਆਂ ਜਿਹਨੂੰ ਆਧੁਨਿਕ ਆਵਰਤੀ ਸਾਰਣੀ ਵਿੱਚ ਪੂਰਾ ਕੀਤਾ ਗਿਆ। ਉਦਾਹਰਨ ਦੇ ਤੌਰ 'ਤੇ ਜਿਵੇਂ ਸਭ ਤੋਂ ਪਹਿਲਾਂ ਹੈਗਾ ਕਿ ਮੈਂਡਲੀਵ ਦੀ ਆਵਰਤੀ ਸਾਰਣੀ ਜਿਹੜੀ ਆ ਪਰਮਾਣੂ ਪੁੰਜ ਦੇ ਆਧਾਰ 'ਤੇ ਸੀਗੀ। ਮਤਲਬ ਉਹਦਾ ਸਿਧਾਂਤ ਇਹ ਸੀਗਾ ਕਿ ਤੱਤਾਂ ਦੇ ਗੁਣ ਉਹਨਾਂ ਦੇ ਪਰਮਾਣੂ ਪੁੰਜ ਦੇ ਆਵਰਤੀ ਫਲਨ ਹੁੰਦੇ ਹਨ। ਪਰ ਆਧੁਨਿਕ ਆਵਰਤੀ ਸਾਰਣੀ ਵਿੱਚ ਪਰਮਾਣੂ ਪੁੰਜ ਦੀ ਜਗ੍ਹਾ ਪਰਮਾਣੂ ਅੰਕ ਨੂੰ ਉੱਥੇ ਰੱਖਿਆ ਗਿਆ। ਆਧੁਨਿਕ ਆਵਰਤੀ ਸਾਰਣੀ ਵਿੱਚ ਤੱਤਾਂ ਨੂੰ ਪਰਮਾਣੂ ਪੁੰਜ ਦੀ ਜਗ੍ਹਾ 'ਤੇ ਪਰਮਾਣੂ ਅੰਕਾਂ ਦੇ ਅਨੁਸਾਰ ਰੱਖਿਆ ਗਿਆ, ਇਸ ਲਈ ਹਾਈਡਰੋਜਨ ਦੀ ਸਥਿਤੀ ਦਾ ਵਰਣਨ ਹੋ ਸਕਿਆ। ਦੂਸਰੇ ਨੰਬਰ 'ਤੇ ਸੀ ਕਿ ਆਧੁਨਿਕ ਆਵਰਤੀ ਸਾਰਣੀ ਵਿੱਚ ਜਿਹੜੇ ਸਮਸਥਾਨਕ ਸੀਗੇ ਉਹਨਾਂ ਨੂੰ ਇੱਕ ਹੀ ਸਥਾਨ 'ਤੇ ਰੱਖਿਆ ਗਿਆ, ਕਿਉਂਕਿ ਉਹਨਾਂ ਸਾਰਿਆਂ ਦੇ ਪਰਮਾਣੂ ਅੰਕ ਇੱਕ ਹੀ ਸੀਗੇ। ਤਾਂ ਸਮਸਥਾਨਕ ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ, ਸ਼ਾਇਦ ਤੁਸੀਂ 9ਵੀਂ ਵਿੱਚ ਵੀ ਪੜ੍ਹੇ ਹੋਏ ਆ ਕਿ ਜਿਨ੍ਹਾਂ ਦਾ ਪਰਮਾਣੂ ਅੰਕ ਜਿਹੜਾ ਹੈਗਾ ਉਹ ਸਮਾਨ ਰਹਿੰਦਾ ਹੈਗਾ, ਪਰ ਉਹਨਾਂ ਦਾ ਜਿਹੜਾ ਪਰਮਾਣੂ ਪੁੰਜ ਆ ਉਹ ਵੱਖ-ਵੱਖ ਹੋ ਜਾਂਦਾ। ਇਸ ਕਰਕੇ ਕਿਉਂਕਿ ਆਧੁਨਿਕ ਆਵਰਤੀ ਸਾਰਣੀ ਪਰਮਾਣੂ ਅੰਕਾਂ 'ਤੇ ਆਧਾਰਿਤ ਸੀਗੀ, ਇਸ ਕਰਕੇ ਸਮਸਥਾਨਕ ਜਿੰਨੇ ਵੀ ਸੀਗੇ, ਚਾਹੇ ਉਹ ਹਾਈਡਰੋਜਨ ਦਾ ਸਮਸਥਾਨਕ ਹੋਵੇ, ਚਾਹੇ ਉਹ ਕਲੋਰੀਨ ਦਾ ਸਮਸਥਾਨਕ ਹੋਵੇ, ਚਾਹੇ ਯੂਰੇਨੀਅਮ ਦਾ ਸਮਸਥਾਨਕ ਹੋਵੇ, ਉਹਨਾਂ ਸਾਰਿਆਂ ਨੂੰ ਇੱਕ ਸਥਾਨ ਦਿੱਤਾ ਗਿਆ। ਭਾਵ ਕਾਰਬਨ ਨੂੰ ਇੱਕ ਸਥਾਨ ਹੀ ਦਿੱਤਾ ਗਿਆ, ਚਾਹੇ ਉਹਦੇ ਜਿੰਨੇ ਵੀ ਸਮਸਥਾਨਕ ਸੀਗੇ। ਇਸ ਤਰ੍ਹਾਂ ਤੀਸਰਾ ਹੈਗਾ ਕਿ ਆਧੁਨਿਕ ਆਵਰਤੀ ਸਾਰਣੀ ਵਿੱਚ ਨੋਬਲ ਗੈਸਾਂ ਨੂੰ ਵੱਖਰੇ ਗਰੁੱਪ ਵਿੱਚ ਰੱਖਿਆ ਗਿਆ, ਪਰ ਮੈਂਡਲੀਵ ਦੀ ਆਵਰਤੀ ਸਾਰਣੀ ਦੇ ਵਿੱਚ ਨੋਬਲ ਗੈਸਾਂ ਲਈ ਕੋਈ ਸਥਾਨ ਨਹੀਂ ਸੀਗਾ। ਤਾਂ 9ਵਾਂ ਪ੍ਰਸ਼ਨ ਜਿਹੜਾ ਹੈ ਆਪਣਾ 9ਵਾਂ ਪ੍ਰਸ਼ਨ ਹੈ ਕਿ ਮੈਗਨੀਸ਼ੀਅਮ ਦੀ ਤਰ੍ਹਾਂ ਰਸਾਇਣਕ ਕਿਰਿਆਸ਼ੀਲਤਾ ਦਿਖਾਉਣ ਵਾਲੇ ਦੋ ਤੱਤਾਂ ਦੇ ਨਾਮ ਦੱਸੋ। ਤਾਂ ਤੁਹਾਡੀ ਚੋਣ ਦਾ ਆਧਾਰ ਕੀ ਹੈ? ਮੈਗਨੀਸ਼ੀਅਮ ਦੀ ਤਰ੍ਹਾਂ ਬੈਰੀਲੀਅਮ ਅਤੇ ਕੈਲਸ਼ੀਅਮ ਜਿਹੜੇ ਹੈਗੇ ਆ, ਇਹ ਤਿੰਨੋਂ ਤੱਤ ਇੱਕ ਹੀ ਗਰੁੱਪ ਵਿੱਚ ਮੌਜੂਦ ਹੈ ਅਤੇ ਇਹਨਾਂ ਦੀ ਸੰਯੋਜਕਤਾ 2 ਹੈ। ਕਿਉਂਕਿ ਇਹ ਆਧੁਨਿਕ ਆਵਰਤੀ ਸਾਰਣੀ ਦੇ ਦੂਸਰੇ ਗਰੁੱਪ ਵਿੱਚ ਮੌਜੂਦ ਹੈਗੇ ਆ, ਤਾਂ ਇਹਨਾਂ ਦੀ ਜਿਹੜੀ ਸੰਯੋਜਕਤਾ ਵੀ 2 ਹੈਗੀ ਆ। ਦਸਵਾਂ ਪ੍ਰਸ਼ਨ ਹੈ ਕਿ ਨਾਂ ਦੱਸੋ। ਊੜਾ ਭਾਗ ਹੈ ਕਿ 3 ਤੱਤ ਜਿਨ੍ਹਾਂ ਦੇ ਬਾਹਰੀ ਸ਼ੈੱਲ ਵਿੱਚ ਇੱਕ ਇਲੈਕਟ੍ਰੋਨ ਮੌਜੂਦ ਹੈ। ਤਾਂ ਇਹ ਜਿੰਨੇ ਵੀ ਇੱਕ ਇਲੈਕਟ੍ਰੋਨ ਵਾਲੇ ਹੈਗੇ ਆ, ਇਹ ਆਧੁਨਿਕ ਆਵਰਤੀ ਸਾਰਣੀ ਦੇ ਪਹਿਲੇ ਗਰੁੱਪ 'ਚ ਹੈ ਮੈਂਬਰ। ਪਹਿਲੇ ਗਰੁੱਪ ਦੇ ਵਿੱਚ ਇਹ 4 ਕਿਹੜੇ ਹੈਗੇ ਆ? ਇਹਨਾਂ ਦੇ ਵਿੱਚ ਹਾਈਡਰੋਜਨ, ਲੀਥੀਅਮ, ਸੋਡੀਅਮ ਅਤੇ ਪੋਟਾਸ਼ੀਅਮ ਹੈ। ਅਤੇ ਆੜਾ ਭਾਗ ਹੈ ਕਿ 2 ਤੱਤ ਜਿਨ੍ਹਾਂ ਦੇ ਸਭ ਤੋਂ ਬਾਹਰਲੀ ਸ਼ੈੱਲ ਵਿੱਚ 2 ਇਲੈਕਟ੍ਰੋਨ ਮੌਜੂਦ ਹਨ। ਇਹ 2 ਇਲੈਕਟ੍ਰੋਨ ਵਾਲੇ ਜਿਹੜੇ ਬਾਹਰਲੇ ਗਰੁੱਪ ਦੇ ਵਿੱਚ ਇਹ ਦੂਸਰੇ ਗਰੁੱਪ ਵਾਲੇ ਹੈਗੇ ਆ ਆਧੁਨਿਕ ਆਵਰਤੀ ਸਾਰਣੀ ਦੇ। ਤਾਂ ਇਹਦੇ ਵਿੱਚ ਮੈਗਨੀਸ਼ੀਅਮ ਅਤੇ ਕੈਲਸ਼ੀਅਮ ਆ ਜਾਂਦਾ। ਇਸ ਤੋਂ ਪਹਿਲਾਂ ਵੀ ਆਪਾਂ ਪੜ੍ਹ ਚੁੱਕੇ ਹਾਂ, ਬੈਰੀਲੀਅਮ ਵੀ ਉਹਦੇ ਵਿੱਚ ਸ਼ਾਮਲ ਹੈ। ਤੀਸਰਾ ਹੈਗਾ ਕਿ 3 ਤੱਤ ਜਿਨ੍ਹਾਂ ਦਾ ਬਾਹਰੀ ਸ਼ੈੱਲ ਪੂਰਾ ਹੈ। ਇਹਦੇ ਬਾਰੇ ਵੀ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਕਿ ਨੋਬਲ ਗੈਸਾਂ ਜਿਹੜੀਆਂ ਉਹਨਾਂ ਦਾ ਬਾਹਰੀ ਸ਼ੈੱਲ ਪੂਰਾ ਹੁੰਦਾ, ਭਾਵ ਉਹਦੇ 'ਚ 8 ਦੇ 8 ਇਲੈਕਟ੍ਰੋਨ ਮੌਜੂਦ ਹੁੰਦੇ ਆ। ਅਤੇ ਇਹ ਕਿਹੜੇ ਆ? ਹੀਲੀਅਮ, ਨਿਓਨ ਅਤੇ ਆਰਗਨ। 11ਵਾਂ ਪ੍ਰਸ਼ਨ ਹੈ ਕਿ ਲੀਥੀਅਮ, ਸੋਡੀਅਮ, ਪੋਟਾਸ਼ੀਅਮ ਸਾਰੀਆਂ ਹੀ ਧਾਤਾਂ ਹਨ ਜੋ ਪਾਣੀ ਨਾਲ ਪ੍ਰਤੀਕਿਰਿਆ ਕਰਕੇ ਹਾਈਡਰੋਜਨ ਗੈਸ ਮੁਕਤ ਕਰਦੀਆਂ ਹਨ। ਕੀ ਇਹਨਾਂ ਤੱਤਾਂ ਦੇ ਪਰਮਾਣੂਆਂ ਵਿੱਚ ਕੋਈ ਸਮਾਨਤਾ ਹੈ? ਤਾਂ ਇਹ ਸਾਰੇ ਦੇ ਸਾਰੇ ਆਧੁਨਿਕ ਆਵਰਤੀ ਸਾਰਣੀ ਦੇ ਪਹਿਲੇ ਗਰੁੱਪ ਦੇ ਮੈਂਬਰ ਹੈ ਅਤੇ ਇਹਨਾਂ ਦੀ ਸੰਯੋਜਕਤਾ 1 ਹੈਗੀ ਹੈ। ਤਾਂ ਆੜਾ ਭਾਗ ਜਿਹੜਾ 11ਵੇਂ ਪ੍ਰਸ਼ਨ ਦਾ ਹੈ ਕਿ ਹੀਲੀਅਮ ਇੱਕ ਅਕਿਰਿਆਸ਼ੀਲ ਗੈਸ ਹੈ ਅਤੇ ਨਿਓਨ ਇੱਕ ਬਹੁਤ ਹੀ ਘੱਟ ਕਿਰਿਆਸ਼ੀਲ ਹੈ। ਇਹਨਾਂ ਦੋਹਾਂ ਦੇ ਪਰਮਾਣੂਆਂ ਵਿੱਚ ਕੀ ਸਮਾਨਤਾ ਹੈ? ਹੀਲੀਅਮ ਅਤੇ ਨਿਓਨ
ਦੋਨੇ ਹੀ ਅਕਿਰਿਆਸ਼ੀਲ ਤੇ ਘੱਟ ਕਿਰਿਆਸ਼ੀਲ ਹੈ ਤੇ ਇਹ ਨੋਬਲ ਗੈਸਾਂ ਹੈ ਜਿਹੜੀਆਂ ਕਿ ਆਧੁਨਿਕ ਆਵਰਤੀ ਸਾਰਣੀ ਦੇ 18ਵੇਂ ਗਰੁੱਪ ਦੇ ਵਿੱਚ ਮੌਜੂਦ ਹਨ। ਤਾਂ ਇਹ 11 ਪ੍ਰਸ਼ਨ ਹੈ, ਤੁਸੀਂ ਇਹਨਾਂ ਦੀ ਦੁਹਰਾਈ ਕਰਨੀ ਹੈ ਚੰਗੀ ਤਰ੍ਹਾਂ ਤੇ ਇਹਨੂੰ ਜੇ ਨਾ ਸਮਝ ਆਵੇ ਤਾਂ ਲੈਕਚਰ ਦੁਆਰਾ ਸੁਣ ਲੈਣਾ। ਧੰਨਵਾਦ।